Hi everybody, welcome back to our another IELTS writing video. So in this video, I am going to talk about task 2, how to write opinion essay. Opinion essay ਨੂੰ ਕਿਸ ਤਰੀਕੇ ਨਾਲ ਲਿਖਣਾ ਚਾਹੀਦਾ ਔਰ ਇੱਕ opinion essay ਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਹੈ, ਕਿਸ ਤਰੀਕੇ ਦੀ ਗ੍ਰਾਮਰ ਹੋਣੀ ਚਾਹੀਦੀ ਹੈ, ਕਿਸ ਤਰੀਕੇ ਦੇ sentences ਹੋਣੇ ਚਾਹੀਦੇ ਹੈ ਔਰ ਤੁਸੀਂ ਆਈਡੀਆਜ਼ ਫਾਸਟ ਆਈਡੀਆਜ਼ ਕਿਸ ਤਰੀਕੇ ਨਾਲ ਕ੍ਰੀਏਟ ਕਰ ਸਕਦੇ ਹੋ। ਔਰ ਜਦੋਂ ਵੀ ਇੱਕ ਓਪੀਨੀਅਨ ਐਸੇ ਤੁਸੀਂ ਦੇਖਦੇ ਹੋ ਸੋ ਸਭ ਤੋਂ ਪਹਿਲੀ ਚੀਜ਼ ਤੁਹਾਨੂੰ ਕੀ ਕਰਨੀ ਚਾਹੀਦੀ ਹੈ। ਸੋ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਸਟਰਕਚਰ ਦੀ। ਸਟਰਕਚਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜਦੋਂ ਵੀ ਤੁਸੀਂ ਕੋਈ ਵੀ ਐਸੇ ਲਿਖਦੇ ਹੋ ਸੋ ਤੁਹਾਡਾ ਸਟਰਕਚਰ ਜਿਹੜਾ ਇੱਕ ਮੇਨ ਸਟਰਕਚਰ ਹੈ, ਸੋ ਤੁਹਾਡਾ ਸਟਰਕਚਰ ਕੀ ਹੋਣਾ ਚਾਹੀਦਾ ਸੋ ਤਾਂ ਕਿ ਤੁਸੀਂ ਆਰਾਮ ਨਾਲ 6.5 ਔਰ 7 ਬੈਂਡ ਸਕੋਰ ਤੁਸੀਂ ਆਰਾਮ ਨਾਲ ਲੈ ਸਕੋ। ਕੋਈ ਵੀ ਐਸੇ ਹੋਵੇ, ਦੇਖੋ ਇੱਕ ਹੁੰਦਾ ਕਿ ਐਸੇ ਟਾਈਪ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਲਿਖੋਗੇ ਜਾਂ ਮੈਂ ਕਹੂੰਗਾ ਕਿ ਅਗਰੀ ਡਿਸਅਗਰੀ ਔਰ ਐਡਵਾਂਟੇਜਸ ਡਿਸਐਡਵਾਂਟੇਜਸ ਔਰ ਡਿਸਕਸ ਬੋਥ ਵਿਊਜ਼। ਸੋ ਜਦੋਂ ਵੀ ਇਸ ਤਰੀਕੇ ਦਾ ਐਸੇ ਤੁਹਾਨੂੰ ਆਉਂਦਾ ਜਾਂ ਕਿਸੇ ਵੀ ਤਰੀਕੇ ਦਾ ਐਸੇ ਆਉਂਦਾ ਸੋ ਤੁਹਾਡਾ ਜਿਹੜਾ ਸਟਰਕਚਰ ਹੈ ਜੋ ਹਰ ਐਸੇ ਨੂੰ ਲਿਖਣ ਦਾ ਉਹ ਲਗਭਗ ਇਸ ਤਰੀਕੇ ਦਾ ਹੋਣਾ ਚਾਹੀਦਾ ਸੋ ਦੈਟ ਯੂ ਕੈਨ ਈਜ਼ਲੀ ਸਕੋਰ 6.5 ਔਰ 7। ਸੋ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਜੀ ਸਟਰਕਚਰ ਤੋਂ। ਸੋ ਸਟਰਕਚਰ ਦੇ ਵਿੱਚ ਕੀ ਹੋਣਾ ਚਾਹੀਦਾ, ਸਭ ਤੋਂ ਪਹਿਲਾਂ ਇੰਟਰੋਡਕਸ਼ਨ, ਰਾਈਟ। ਔਰ ਇੰਟਰੋਡਕਸ਼ਨ ਦੇ ਵਿੱਚ ਪੈਰਾਫਰੇਜ਼ ਦਾ ਕੁਐਸਚਨ। ਸੋ ਸਭ ਤੋਂ ਪਹਿਲੀ ਚੀਜ਼ ਕਰਨੀ ਚਾਹੀਦੀ ਪੈਰਾਫਰੇਜ਼ ਦਾ ਕੁਐਸਚਨ। ਔਰ ਮੈਂ ਕਹੂੰਗਾ ਕਿ ਪੈਰਾਫਰੇਜ਼ ਦਾ ਕੁਐਸਚਨ, ਪੈਰਾਫਰੇਜ਼ ਕਰਨ ਦੀ ਵੀ ਟੈਕਨੀਕ ਹੁੰਦੀ ਹੈ। ਸੋ ਪੈਰਾਫਰੇਜ਼ ਨੂੰ ਕਈ ਸਟੂਡੈਂਟ ਸਮਝ ਲੈਂਦੇ ਆ ਕਿ ਜੀ ਵੋਕੈਬਲਰੀ ਦਾ ਵਰਡ ਦਿੱਤਾ ਹੋਇਆ ਹੈ ਜਾਂ ਅਗਰ ਲੈਟਸ ਸੇ ਇੰਪੋਰਟੈਂਟ ਦਿੱਤਾ ਹੋਇਆ ਕੁਐਸਚਨ ਦੇ ਵਿੱਚ, ਮੀਨਸ ਟਾਸਕ 2 ਦੇ ਕੁਐਸਚਨ ਦੇ ਵਿੱਚ, ਤਾਂ ਇੰਪੋਰਟੈਂਟ ਨੂੰ ਜਦੋਂ ਇੰਟਰੋਡਕਸ਼ਨ ਮੈਂ ਲਿਖਣੀ ਹੈ ਤਾਂ ਵੀ ਇੰਪੋਰਟੈਂਟ ਨੂੰ ਮੈਂ ਸਿਗਨੀਫੀਕੈਂਟ ਕਰਦਾ, ਕਰੂਸ਼ੀਅਲ ਕਰਦਾ। ਸੋ ਪੈਰਾਫਰੇਜ਼ਿੰਗ ਇਸ ਚੀਜ਼ ਦਾ ਖਿਆਲ ਰੱਖਣਾ ਕਿ ਜਦੋਂ ਵੀ ਤੁਸੀਂ ਚੇਂਜ ਕਰਦੇ ਹੋ, ਜਦੋਂ ਵੀ ਤੁਸੀਂ ਮਤਲਬ ਪੈਰਾਫਰੇਜ਼ ਕਰਦੇ ਹੋ ਤੁਸੀਂ ਉਸ ਨੂੰ, ਸੋ ਸੈਂਸ ਲਗਭਗ ਸੇਮ ਰਹਿਣੀ ਚਾਹੀਦੀ ਹੈ। ਸੋ ਵਰਡਸ ਇਸ ਤਰੀਕੇ ਦੇ ਯੂਜ਼ ਕਰਨੇ ਚਾਹੀਦੇ ਹੈ ਸੋ ਤਾਂ ਕਿ ਜ਼ਰੂਰੀ ਨਹੀਂ ਕਿ ਤੁਸੀਂ ਕੱਲਾ ਵਰਡ ਚੇਂਜ ਕਰੋ, ਸੈਂਸ ਚੇਂਜ ਨਹੀਂ ਹੋਣੀ ਚਾਹੀਦੀ, ਲੇਕਿਨ ਵੋਕੈਬਲਰੀ ਕਿਤੇ ਨਾ ਕਿਤੇ ਥੋੜ੍ਹੀ ਬਹੁਤ ਤੁਸੀਂ ਚੇਂਜ ਕਰ ਸਕਦੇ ਹੋ। ਔਰ ਉਸ ਤੋਂ ਬਾਅਦ ਸਟੇਟ ਯੋਰ ਓਪੀਨੀਅਨ, ਫਿਰ ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਓਪੀਨੀਅਨ ਦੇਣਾ ਹੈ। ਅਗਰੀਮੈਂਟ ਮੀਨਸ ਕਿ ਅਗਰ ਤੁਸੀਂ ਅਗਰੀ ਹੁੰਦੇ ਹੋ ਸੋ ਦੈਟ ਯੂ ਹੈਵ ਟੂ ਸ਼ੋ ਟੂ ਦੀ ਐਗਜ਼ਾਮੀਨਰ ਦੈਟ ਯੋਰ ਓਪੀਨੀਅਨ, ਸੋ ਓਪੀਨੀਅਨ ਜਿਸ ਨੂੰ ਥੀਸਿਸ ਸਟੇਟਮੈਂਟ ਵੀ ਕਹਿੰਦੇ ਹੈ। ਉਸ ਤੋਂ ਬਾਅਦ ਹੈ ਫਸਟ ਬੋਡੀ ਪੈਰਾਗ੍ਰਾਫ। ਸੋ ਫਸਟ ਬੋਡੀ ਪੈਰਾਗ੍ਰਾਫ ਦੇ ਵਿੱਚ ਕੀ ਹੋਣਾ ਚਾਹੀਦਾ ਹੈ, acknowledge why some people might have the opposite view to you, why they disagree means ਜੋ ਤੁਸੀਂ ਡਿਸਾਈਡ ਕੀਤਾ ਹੈ ਸੋ ਇਟਸ ਨਾਟ ਲਾਈਕ ਦੈਟ ਕਿ ਤੁਸੀਂ ਸਿਰਫ ਅਗਰੀ ਹੀ ਹੋਣਾ, ਸੋ ਯੂ ਕੈਨ ਆਲਸੋ ਡਿਸਅਗਰੀ, ਤੁਸੀਂ ਡਿਸਅਗਰੀ ਵੀ ਹੋ ਸਕਦੇ ਹੋ। ਸੋ ਅਗਰ ਤੁਸੀਂ ਅਗਰੀ ਹੁੰਦੇ ਹੋ ਸੋ acknowledge why some people might have the opposite view। ਫਸਟ ਬੋਡੀ ਪੈਰਾਗ੍ਰਾਫ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਲਿਖਣਾ ਹੈ ਕਿ ਵਾਈ ਜੋ ਅਦਰਸ ਨੇ, ਜੋ ਦੂਸਰੇ ਲੋਕ ਨੇ ਉਹ ਡਿਸਐਗਰੀ ਕਿਉਂ ਕਰਦੇ ਆ। ਸੋ ਸੈਕਿੰਡ ਬੋਡੀ ਪੈਰਾਗ੍ਰਾਫ ਦੇ ਵਿੱਚ ਗਿਵ ਦ ਫਰਸਟ ਰੀਜ਼ਨ ਫॉर ਯੋਰ ਅਗਰੀਮੈਂਟ, ਮੀਨਸ ਫਰਸਟ ਰੀਜ਼ਨ ਦੇਣਾ ਆਪਾਂ ਕਿ ਤੁਸੀਂ ਕਿਉਂ ਅਗਰੀ ਕਰਦੇ ਹੋ, ਰਾਈਟ। ਸੋ ਥਰਡ ਬੋਡੀ ਪੈਰਾਗ੍ਰਾਫ ਦੇ ਵਿੱਚ ਗਿਵ ਸੈਕਿੰਡ ਰੀਜ਼ਨ ਫॉर ਯੋਰ ਅਗਰੀਮੈਂਟ, ਦੂਸਰਾ ਰੀਜ਼ਨ ਤੁਸੀਂ ਦੇਣਾ ਹੈ। ਔਰ ਦੂਸਰੀ ਚੀਜ਼ ਹੈ ਕਿ ਮੈਂ ਇੱਕ ਹੋਰ ਚੀਜ਼ ਮੈਂ ਤੁਹਾਨੂੰ ਇੰਪੋਰਟੈਂਟ ਦੱਸਦਾ, ਜਦੋਂ ਵੀ ਤੁਸੀਂ ਕੋਈ ਵੀ ਰੀਜ਼ਨ ਲੈਂਦੇ ਹੋ ਸੋ ਓਬਵੀਅਸ ਹੈ ਕਿ ਅਗਰ ਰੀਜ਼ਨ ਲਾ ਲਓ ਜਾਂ ਆਈਡੀਆ ਲਾ ਲਓ ਸੋ ਉਸ ਨੂੰ ਕਿਸ ਤਰੀਕੇ ਨਾਲ ਐਕਸਟੈਂਡ ਕਰਨਾ ਹੈ ਜਾਂ ਡਿਟੇਲ ਦੇ ਵਿੱਚ ਉਹਨੂੰ ਐਕਸਪਲੇਨ ਕਰਨਾ ਹੈ। ਔਰ ਸਪੋਰਟਿੰਗ ਐਵੀਡੈਂਸ, ਜਿਵੇਂ ਕਿ ਆਪਣੀ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਟਾਸਕ 2 ਕਿਸ ਤਰੀਕੇ ਨਾਲ ਲਿਖਣਾ ਚਾਹੀਦਾ। ਸੋ ਅੱਜ ਮੈਂ ਖਾਸ ਤੌਰ 'ਤੇ ਗੱਲ ਕਰ ਰਿਹਾ ਓਪੀਨੀਅਨ ਐਸੇ ਨੂੰ ਕਿਸ ਤਰੀਕੇ ਨਾਲ ਲਿਖਣਾ ਚਾਹੀਦਾ। ਉਸ ਤੋਂ ਬਾਅਦ ਹੈ ਜੀ ਲਾਸਟ ਜੋ ਹੈ ਰੀਸਟੇਟ ਯੋਰ ਓਪੀਨੀਅਨ, ਮੀਨਸ ਜੋ ਤੁਸੀਂ ਓਪੀਨੀਅਨ ਆਪਣਾ ਦਿੱਤਾ ਹੈ ਇਹ ਤੁਸੀਂ ਇੱਕ ਲਾਈਨ ਦੇ ਵਿੱਚ ਲਿਖਣਾ ਅਗਰ ਤੁਸੀਂ ਅੱਛਾ ਸਕੋਰ ਕਰਨਾ ਚਾਹੁੰਦੇ, ਇਫ ਯੂ ਆਰ ਏਮਿੰਗ ਫॉर 7+, ਓਕੇ। ਸੋ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਇੱਕ ਲਾਈਨ ਦੇ ਵਿੱਚ ਪ੍ਰੋਪਰ ਲਿਖ ਸਕਦੇ ਹੋ, ਰੀਸਟੇਟ ਯੋਰ ਓਪੀਨੀਅਨ ਮੀਨਸ ਜੋ ਤੁਸੀਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਤੁਸੀਂ ਓਪੀਨੀਅਨ ਦਿੱਤਾ ਹੈ ਉਸ ਨੂੰ ਤੁਸੀਂ ਪੈਰਾਫਰੇਜ਼ ਕਰਕੇ ਇੱਕ ਵਾਰੀ ਹੋਰ ਤੁਸੀਂ ਆਪਣੀ ਇੱਕ ਲਾਈਨ ਦੇ ਵਿੱਚ, ਬੈਸਟ ਹੈ ਇੱਕ ਲਾਈਨ ਦੇ ਵਿੱਚ ਤੁਸੀਂ ਆਪਣਾ ਓਪੀਨੀਅਨ ਦੇਣਾ ਦੁਬਾਰਾ ਕਨਕਲੂਜਨ ਦੇ ਵਿੱਚ। ਸੋ 5 ਬੋਡੀ ਪੈਰਾਗ੍ਰਾਫ ਬਣਨਗੇ, ਇੰਟਰੋਡਕਸ਼ਨ, फर्स्ट बॉडी पैराग्राफ, सेकंड बॉडी पैराग्राफ, थर्ड बॉडी पैराग्राफ और कंक्लूजन।
उस तो बाद देखते हैं जी ये मैं एक टॉपिक ले रहा है। Let's have a question. So question ਦੇ ਵਿੱਚ ਹੈ some people say that success in a person's life as an adult is a result of how he was brought up by his parents. Do you agree or disagree? कि कुछ लोग जो है वो ਕਹਿੰਦੇ ਆ ਕਿ ਜੀ ਜੋ ਸਕਸੈਸ ਹੈ ਜੋ ਕਾਮਯਾਬੀ ਹੈ ਕੁਝ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇਸ ਤਰੀਕੇ ਨਾਲ ਮਤਲਬ ਕਾਮਯਾਬੀ ਉਹ ਲੈ ਲੈਂਦੇ ਆ ਸੋ ਹਾਊ ਹੀ ਵਾਸ brought up ਮੀਨਸ ਜਿਸ ਤਰੀਕੇ ਨਾਲ ਉਹਨਾਂ ਨੂੰ ਪਾਲਿਆ ਜਾਂਦਾ ਹੈ ਜਾਂ ਜਿਸ ਤਰੀਕੇ ਨਾਲ ਉਹਨਾਂ ਦੀ ਅਪਬ੍ਰਿੰਗਿੰਗ ਹੁੰਦੀ ਹੈ ਅਪਬ੍ਰਿੰਗਿੰਗ ਇਨ ਦਾ ਸੈਂਸ ਕਿ ਜਿਸ ਤਰੀਕੇ ਨਾਲ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਬਚਪਨ ਦੇ ਵਿੱਚ ਸੋ ਉਹਨਾਂ ਦੇ ਪੈਰੈਂਟਸ ਦੇ ਥਰੂ ਸੋ brought up by his parents. Do you agree or disagree? ਜਦੋਂ ਵੀ ਕੁਐਸਚਨ ਦੇ ਵਿੱਚ when you have do you agree or disagree or how far you agree or disagree ਜਾਂ ਫਿਰ ਹੋਵੇ what are your views on this. ਸੋ ਜਦੋਂ ਇਸ ਤਰੀਕੇ ਦੇ phrases ਹੋਣ this means that you need to write an opinion essay. ਇਹਦਾ ਮਤਲਬ ਹੈ ਕਿ ਤੁਸੀਂ ਓਪੀਨੀਅਨ ਐਸੇ ਲਿਖਣਾ ਜਦੋਂ ਵੀ ਹੋਵੇ ਕਿ ਡੂ ਯੂ ਅਗਰੀ ਔਰ ਡਿਸਅਗਰੀ ਔਰ ਵਾਟ ਆਰ ਯੂਰ ਵਿਊਜ਼ ਔਨ ਦਿਸ ਜਾਂ ਫਿਰ ਹਾਊ ਫਾਰ ਜਾਂ ਵਾਟ ਐਕਸਟੈਂਟ ਹਾਊ ਫਾਰ ਯੂ ਅਗਰੀ ਔਰ ਡਿਸਅਗਰੀ ਦਿਸ ਮੀਨਸ ਇਹਦਾ ਮਤਲਬ ਇਹ ਹੈ that you need to write an opinion essay. So in this video I'm going to talk about that what's the best way to write an opinion essay so that you can score 6.5 or 7. So now we talk about topic question ਤੁਸੀਂ ਦੇਖ ਲਿਆ ਸੋ ਇਹਦੇ ਹੁਣ ਆਪਾਂ ਦੇਖਦੇ ਹਾਂ ਕਿ ਸਭ ਤੋਂ ਪਹਿਲੀ ਚੀਜ਼ ਕੀ ਕਰਨੀ ਹੈ that we have to have ideas. ਸਭ ਤੋਂ ਪਹਿਲੀ ਚੀਜ਼ ਹੈ ideas. We need ideas for this essay. If you agree ਜੇ ਤੁਸੀਂ ਅਗਰੀ ਕਰਦੇ ਹੋ if you agree ਡਿਪੈਂਡ ਕਰਦਾ ਤੁਸੀਂ ਅਗਰੀ ਵੀ ਕਰ ਸਕਦੇ ਹੋ ਡਿਸਅਗਰੀ ਵੀ ਕਰ ਸਕਦੇ ਹੋ but ਜੇ ਤੁਸੀਂ ਅਗਰੀ ਕਰਦੇ ਹੋ so first idea you can say parents are inspiration for children. so ਜਲਦੀ ਮੈਂ ਤਾਂ ਵੈਸੇ ਥੋੜਾ ਸਲੋ ਕਰ ਰਿਹਾ ਲੇਕਿਨ ਜਦੋਂ ਤੁਸੀਂ ਐਗਜ਼ਾਮ ਦੇਣਾ ਹੋਊਗਾ you have to be really quick. okay ਥੋੜਾ ਤੁਹਾਨੂੰ ਜਲਦੀ ਕਰਨਾ ਪਏਗਾ ਆਈਡੀਆਜ਼ ਔਰ ਆਈਡੀਆਜ਼ ਕ੍ਰੀਏਟ ਕਰਨ ਦੇ ਲਈ ਤੁਹਾਨੂੰ ਪ੍ਰੈਕਟਿਸ ਜਿਹੜੀ ਹੈ ਮੈਂ ਕਹੂੰਗਾ ਕਿ that you should practice generating ideas. ਚਾਹੇ ਉਹ ਸਪੀਕਿੰਗ ਹੈ ਔਰ ਚਾਹੇ ਉਹ ਰਾਈਟਿੰਗ ਹੈ ਖਾਸ ਤੌਰ 'ਤੇ ਰਾਈਟਿੰਗ ਹੈ ਸੋ ਟੌਪਿਕ ਦੇਖਿਆ ਕੁਐਸਚਨ ਲਿਆ ਉਹਦੇ ਆਈਡੀਆਜ਼ ਪ੍ਰਿਪੇਅਰ ਕੀਤੇ ਨੈਕਸਟ ਕੁਐਸਚਨ ਲਿਆ ਉਹਦੇ ਆਈਡੀਆਜ਼ ਪ੍ਰਿਪੇਅਰ ਕੀਤੇ ਸੋ you should actually see that how long do you take for generating ideas for essays. Second है parents always influence their children by their habits. सो पेरेंट्स जो है वो हमेशा इन्फ्लुएंस करते हैं इन्फ्लुएंस मीन्स प्रभावित करते हैं देयर चिल्ड्रन बाय देयर हैबिट्स. ओके सो नेक्स्ट इज पेरेंट्स कैन एनकरेज चिल्ड्रन इन देयर एंडेवर्स. पेरेंट्स एनकरेज भी कर सकते हैं एनकरेज मीन्स हौसला दे सकते हैं कि मोटिवेट कर सकते हैं कि मोटिवेट करते अपने बच्चों को कि जो कर रहे हैं इन देयर एंडेवर्स मीन्स जो वो एफर्ट्स लगा रहे हैं जो भी वो काम कर रहे हैं चाहे वो म्यूज़िक है चाहे वो स्पोर्ट्स है चाहे वो स्टडी है चाहे वो कुछ भी आर्ट का कुछ पार्ट हो सकता है. सो वट एवर देयर चिल्ड्रन आर डूइंग सो पेरेंट्स कैन ऑल्सो एनकरेज दैम इन देयर एंडेवर्स. सो नाउ इफ यू डिसअग्री अगर तुसी डिसअग्री करते हो इस ऐसे दे विच सो वी कैन से समटाइम्स children can be very successful in spite of no parental support. means ਹੁੰਦਾ ਇਹ ਕਈ ਵਾਰੀ ਸ਼ਾਇਦ ਤੁਸੀਂ ਦੇਖਿਆ ਹੋਊਗਾ ਕਿ ਸਮਟਾਈਮਸ ਇੱਦਾਂ ਦੇ ਬੱਚੇ ਹੁੰਦੇ ਜਿਨ੍ਹਾਂ ਨੂੰ ਕੋਈ ਵੀ ਸਪੋਰਟ ਨਹੀਂ ਮਿਲੀ ਹੁੰਦੀ ਜਾਂ ਮੈਂ ਕਹਾਂ ਕਿ ਬਹੁਤ ਸਾਰੇ ਇੱਦਾਂ ਦੇ ਗਰੀਬ ਬੱਚੇ ਹੋਏ ਹੈ ਜਿਨ੍ਹਾਂ ਨੂੰ ਸਟਾਰਟਿੰਗ ਦੇ ਵਿੱਚ ਕੋਈ ਸਪੋਰਟ ਨਹੀਂ ਮਿਲੀ. ਫੋਰ ਐਗਜ਼ਾਮਪਲ APJ ਅਬਦੁਲ ਕਲਾਮ ਜੀ ਦੀ ਅਗਰ ਮੈਂ ਗੱਲ ਕਰਾਂ ਸੋ ਨੋ ਪੈਰੈਂਟਲ ਸਪੋਰਟ ਮੀਨਸ ਉਹਨਾਂ ਨੂੰ ਕੋਈ ਮਤਲਬ ਘਰੋਂ ਸਪੋਰਟ ਨਹੀਂ ਹੁੰਦੀ ਫਿਰ ਵੀ ਉਹ ਦੇ ਬਿਕਮ ਸੁਪਰ ਸਕਸੈਸਫੁਲ ਮੀਨਸ ਉਹ ਕਾਫੀ ਸਕਸੈਸਫੁਲ ਹੋ ਜਾਂਦੇ ਆ. ਜਾਂ ਫਿਰ ਵੀ ਕੈਨ ਸੇ ਇਫ ਯੂ ਡਿਸਅਗਰੀ ਅਗਰ ਤੁਸੀਂ ਡਿਸਅਗਰੀ ਕਰਦੇ ਹੋ ਟੀਚਰਸ ਐਂਡ ਫਰੈਂਡਸ ਕੁਡ ਬੀ ਇੰਸਪੀਰੇਸ਼ਨ ਫॉर ਚਿਲਡਰਨ.
ਟੀਚਰਸ ਵੀ ਇੰਸਪੀਰੇਸ਼ਨ ਤੋਂ ਭਾਵ ਇਹ ਹੈ ਕਿ ਮਤਲਬ ਉਹ ਇੰਸਪਾਇਰ ਕਰ ਸਕਦੇ, ਇੰਸਪੀਰੇਸ਼ਨ ਹੋ ਸਕਦੇ ਹੈ, ਮੋਟੀਵੇਟ ਕਰ ਸਕਦੇ। ਸੋ ਟੀਚਰਸ ਔਰ ਫਰੈਂਡਸ, ਕਈ ਵਾਰ ਹੁੰਦਾ ਕੁਝ ਫਰੈਂਡਸ ਵੀ ਇੱਦਾਂ ਦੇ ਹੁੰਦੇ ਜੋ ਤੁਹਾਨੂੰ ਹਮੇਸ਼ਾ ਪੁਸ਼ ਕਰਦੇ, ਹਮੇਸ਼ਾ ਦੇ ਆਲਵੇਜ਼ ਪੁਸ਼ ਯੂ ਟੂ ਡੂ ਸਮਥਿੰਗ ਗ੍ਰੇਟ ਇਨ ਯੂਰ ਲਾਈਫ, ਰਾਈਟ। ਹਮੇਸ਼ਾ ਤੁਹਾਨੂੰ ਮੋਟੀਵੇਟ ਕਰਦੇ, ਜਿਵੇਂ ਟੀਚਰਸ ਹੋ ਸਕਦਾ ਹੈ, ਟੀਚਰ ਹੋ ਸਕਦਾ, ਅਗਰ ਕੋਈ ਟੀਚਰ ਤੁਹਾਨੂੰ ਮੋਟੀਵੇਟ ਕਰ ਰਿਹਾ, ਕਮ ਔਨ ਯੂ ਕੈਨ ਡੂ ਇਟ, ਕਮ ਔਨ ਯੂ ਕੈਨ ਡੂ ਇਟ, ਕਮ ਔਨ ਯੂ ਕੈਨ ਡੂ ਇਟ, ਯੈਸ। ਸੋ ਕੋਈ ਟੀਚਰ ਹੋ ਸਕਦਾ। ਸੋ ਟੀਚਰਸ ਔਰ ਫਰੈਂਡਸ ਵੀ ਬੱਚਿਆਂ ਨੂੰ ਐਨਕਰੇਜ ਕਰ ਸਕਦੇ ਆ। ਜ਼ਰੂਰੀ ਨਹੀਂ ਕਿ ਪੈਰੈਂਟਸ ਹੀ ਐਨਕਰੇਜ ਕਰਨ, ਜਾਂ ਜ਼ਰੂਰੀ ਨਹੀਂ ਹੈ ਕਿ ਜਿਸ ਤਰੀਕੇ ਨਾਲ ਬੱਚਾ ਆਪਣੇ ਬਚਪਨ ਦੇ ਵਿੱਚ ਮਾਹੌਲ ਦੇ ਵਿੱਚ ਜੰਮਿਆ ਪਲਿਆ, ਸੋ ਉਸੇ ਹਿਸਾਬ ਨਾਲ ਹੀ, ਉਸੇ ਤਰੀਕੇ ਨਾਲ ਹੀ ਉਹ ਸਕਸੈਸਫੁਲ, ਕਾਮਯਾਬ ਜਾਂ ਜ਼ਿੰਦਗੀ ਦੇ ਵਿੱਚ ਕੁਝ ਕਰੂਗਾ। ਸੋ ਅਗਰ ਤੁਸੀਂ ਡਿਸਐਗਰੀ ਕਰਦੇ, ਇਫ ਯੂ ਡਿਸਐਗਰੀ, ਰਾਈਟ। ਸੋ ਸਟਰਕਚਰ ਤੁਹਾਨੂੰ ਪਤਾ ਲੱਗ ਗਿਆ ਜੀ। ਸਟਰਕਚਰ ਦੇ ਵਿੱਚ ਇੱਕ ਵਾਰੀ ਫਿਰ ਮੈਂ ਤੁਹਾਨੂੰ ਦੱਸਦਾ ਕਿ 5 ਪੈਰਾਗ੍ਰਾਫਸ ਆਪਾਂ ਲਿਖਣੇ ਆ। ਸਭ ਤੋਂ ਪਹਿਲਾ ਹੋਊਗਾ ਇੰਟਰੋਡਕਸ਼ਨ, ਦੂਸਰਾ ਹੋਊਗਾ ਫਰਸਟ ਬॉडी पैराग्राफ, और तीसरा होगा सेकंड बॉडी पैराग्राफ, और थर्ड बॉडी पैराग्राफ, और दैन कंक्लूजन। ओके, सो सब तो पहला आप एस एस ए दे बेसिक एक चीज़ देख लेना कि बेसिक किस तरीके नाल लिखना है। बेसिक इन द सेंस दैट बेसिक आउटलाइन, आई कैन से दैट। सो फर्स्ट बॉडी पैराग्राफ, you can write, it is true that some people can succeed in any situation. Okay, so it is true that बहुत ही ज़बरदस्त, बहुत ही अच्छी लाइन है शुरू करने ਲਈ कोई भी ऐसे। it is true that जब ਤੁਸੀਂ एग्री करते हो, right, it is true that some people can succeed जो मैं ਦੱਸਦਾ, succeed ਵਰਬ ਦੀ ਫਾਰਮ ਹੈ। ਕਈ ਵਾਰ ਹੁੰਦਾ ਬੇਸਿਕ ਲੈਵਲ ਤੇ ਜਿਨ੍ਹਾਂ ਦਾ ਸਕੋਰ 5 ਜਾਂ 5.5 ਆਉਂਦਾ। ਸੋ ਮੈਂ ਦੇਖਿਆ ਕਿ ਕਈ ਵਾਰੀ ਇੱਦਾਂ ਦੇ ਵਰਡਸ ਦੇ ਵਿੱਚ ਉਹਨਾਂ ਨੂੰ ਕਨਫਿਊਜ਼ਨ ਹੁੰਦੀ ਹੈ, ਜਿਵੇਂ ਸਕਸੈਸਫੁਲ ਦਾ ਮਤਲਬ ਜੋ ਕਾਮਯਾਬ ਹੁੰਦਾ, ਐਡਜੈਕਟਿਵ ਹੁੰਦਾ, ਰਾਈਟ। ਸਕਸੈਸ ਮਤਲਬ ਕਾਮਯਾਬੀ, ਔਰ ਸਕਸੀਡ ਜੋ ਤੁਸੀਂ ਇੱਥੇ ਦੇਖ ਰਹੇ ਹੋ, ਸਕਸੀਡ ਇਹ ਵਰਬ ਦੀ ਫਾਰਮ ਹੈ। ਸਕਸੀਡ ਮਤਲਬ ਕਾਮਯਾਬ ਹੋਣਾ। ਜਿਵੇਂ ਅਗਰ ਆਪਾਂ ਕਹੀਏ ਕਿ ਮੈਂ ਕਾਮਯਾਬ ਹੋਣਾ ਚਾਹੁੰਦਾ, आई वॉन्ट टू सक्सीड, ठीक है, और वो कामयाब हो चुके हैं, ही हैज़ सक्सीडेड, राइट। सो सम पीपल कैन सक्सीड इन एनी सिचुएशन, मीनस कुछ लोग फर्स्ट बॉडी पैराग्राफ ਦੇ ਵਿੱਚ ਆਪਾਂ ਲਿਖ ਸਕਦੇ ਹਾਂ ਕਿ ਜੀ ਕੁਝ ਲੋਕ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਕਾਮਯਾਬ ਹੋ ਸਕਦੇ ਹੈ, ਰਾਈਟ। ਓਕੇ, ਸੈਕਿੰਡ ਬॉडी ਪੈਰਾਗ੍ਰਾਫ, however, so when you go opposite, right, so then you could start your body paragraph with however most successful people are inspired by their parents or role models। however जो ज़्यादातर जो सक्सैसफुल लोग होंगे हैं वो जो है मोटिवेट होंगे, इंस्पायर होंगे है अपने पेरेंट्स के थ्रू या फिर रोल मॉडल्स आई एम श्योर दैट यू गाइज मस्ट बी नोइंग। सो रोल मॉडल्स होंगे जिन्हों तो उन्होंने प्रेरणा मिलती है। लेट्स से कि अगर कोई क्रिकेट दे विच अगे जाना चाहता और कोई कहता कि मैनू महेंद्र सिंह धोनी जो है मैनू बहुत अच्छा लगता है, मैं उस तरह मैं बनना चाहना है, या कोई भी स्पोर्ट्स प्लेयर हो सकता है, कोई एक्टर हो सकता है, सिंगर हो सकता है। सो we can say that most successful people are inspired by their parents or role models. Third body paragraph, they are encouraged and supported in their efforts, means जो है उन्होंने encourage किया जाता है। जिद्दां मैं पहला गल की सी, जो अपना आइडिया क्रिएट करना बहुत ज़रूरी है। सीधा ऐसे कदे भी नहीं लिखना चाहिए, ट्रस्ट मी, सीधा ऐसे कदे भी नहीं लिखना चाहिए। ਤੁਹਾਨੂੰ ਚੰਗੀ ਤਰ੍ਹਾਂ ਪ੍ਰੈਕਟਿਸ ਕਰਨੀ ਚਾਹੀਦੀ ਹੈ ਆਈਡੀਆਜ਼ ਕ੍ਰੀਏਟ ਕਰਨ ਲਈ। that now I'm going to write an essay, it could be any essay. First of all, what you need to do is you have to have ideas। ਸਭ ਤੋਂ ਪਹਿਲਾਂ ਆਈਡੀਆਜ਼ ਹੋਣੇ ਚਾਹੀਦੇ ਤੁਹਾਡੇ ਕੋਲੇ that what you're going to write। ਸਿੱਧਾ ਲਿਖਦੇ ਹੋ, so then you think obviously ਕਿ ਜੇ ਤੁਸੀਂ ਸਿੱਧਾ ਲਿਖਦੇ ਹੋ so then you know ਹੋ ਸਕਦਾ ਉਹਨੇ ਆਈਡੀਆਜ਼ ਨਾ ਆਉਣ। so better ਹੈ, it's better that you practice generating ideas before writing an essay। So third body paragraph, you could talk about this। So whenever you write an essay, you should be able to see your basically overview। एक overview ਤੁਸੀਂ ਲੈ ਸਕਦੇ ਹੋ ਕਿ this is what like I'm going to do।
ਸੋ ਪ੍ਰੈਕਟਿਸ ਕਰਨ ਦਾ ਤਰੀਕਾ ਅਲੱਗ ਹੋ ਸਕਦਾ ਹੈ। ਸੋ ਐਗਜ਼ਾਮ ਦੇ ਵਿੱਚ ਕਿਵੇਂ ਲਿਖਣਾ ਚਾਹੀਦਾ, ਆਬਵੀਅਸ ਹੈ ਕਿ ਜੋ ਤੁਸੀਂ ਆਈਡੀਆਜ਼ ਕ੍ਰੀਏਟ ਕਰੋਗੇ ਸੋ ਦੈਟ ਯੂ ਸ਼ੁੱਡ ਬੀ ਰੀਅਲੀ ਕੁਇਕ, ਯੂ ਹੈਵ ਟੂ ਬੀ ਕੁਇਕ, ਮੀਨਸ ਇੱਦਾਂ ਨਹੀਂ ਕਿ ਬਹੁਤ ਜ਼ਿਆਦਾ ਤੁਸੀਂ ਟਾਈਮ ਲਗਾ ਰਹੇ ਹੋ, ਰਾਈਟ। ਓਕੇ, ਸੋ ਨਾਓ ਲੈਟਸ ਟਾਕ ਅਬਾਊਟ ਇੰਟਰੋਡਕਸ਼ਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਇੰਟਰੋਡਕਸ਼ਨ। ਓਕੇ, ਸੋ ਇੰਟਰੋਡਕਸ਼ਨ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਕੀ ਕਰਨੀ ਹੈ, ਆਈ ਐਮ ਸ਼ੋਰ ਦੈਟ ਯੂ ਨੋ ਇਟ। ਜਿੱਦਾਂ ਕਿ ਪਹਿਲਾਂ ਮੈਂ ਸਟਰਕਚਰ ਦੇ ਵਿੱਚ ਦੱਸਿਆ ਸੀਗਾ, ਪੈਰਾਫਰੇਜ਼ ਦ ਕੁਐਸਚਨ, ਜੋ ਕੁਐਸਚਨ ਹੈ ਉਸਨੂੰ ਪੈਰਾਫਰੇਜ਼ ਕਰਨਾ ਆਪਾਂ। ਸੋ ਆਈ ਕੁਡ ਸਟਾਰਟ ਵਿਦ common sense suggests that. Okay, so common sense suggests that. This means ਇਹ ਤੁਸੀਂ ਉੱਥੇ ਯੂਜ਼ ਕਰ ਸਕਦੇ ਹੋ ਜਿੱਥੇ ਤੁਹਾਨੂੰ ਲੱਗਦਾ ਕਿ ਇੱਕ ਜਨਰਲ ਗੱਲ ਕੀਤੀ ਜਾ ਰਹੀ ਹੈ। common sense suggests that. ਸੋ ਜਿੱਥੇ ਤੁਹਾਨੂੰ ਲੱਗਦਾ ਕਿ ਆਮ ਤੌਰ ਤੇ ਜੋ ਲੋਕ ਹੈ ਉਹ ਆਹ ਚੀਜ਼ ਕਹਿੰਦੇ ਇਸ ਚੀਜ਼ ਬਾਰੇ, common sense suggests that। ਉਸ ਤੋਂ ਬਾਅਦ ਤੁਸੀਂ ਪੈਰਾਫਰੇਜ਼ ਕਰਕੇ ਤੁਸੀਂ ਲਿਖ ਸਕਦੇ ਹੋ once success in life. So then you could write, it can be as attribute their success to their parents. Means, you know, once success in life and attribute their success to parents. Then you could talk about upbringing. Upbringing means brought up ਨੂੰ ਤੁਸੀਂ upbringing ਨਾਲ paraphrase ਕਰ ਸਕਦੇ ਹੋ। So ਜਿੱਦਾਂ ਕਿ ਬੋਲਦੇ ਹਾਂ ਕਿ ਆਪਾਂ I was born and brought up in Punjab, ਕਿ ਮੈਂ ਪੰਜਾਬ ਦੇ ਵਿੱਚ ਜੰਮਿਆ ਅਤੇ ਪਲਿਆ ਵੀ ਮੈਂ ਪੰਜਾਬ ਦੇ ਵਿੱਚ ਹੀ। ਸੋ ਉਸੇ ਚੀਜ਼ ਨੂੰ ਪੈਰਾਫਰੇਜ਼ ਕਰਕੇ ਇਸ ਤਰੀਕੇ ਨਾਲ ਵੀ ਬੋਲਿਆ ਜਾ ਸਕਦਾ ਹੈ ਕਿ ਮੇਰੀ ਅਪਬ੍ਰਿੰਗਿੰਗ ਜੋ ਹੈ ਪੰਜਾਬ ਦੇ ਵਿੱਚ ਹੋਈ ਹੈ। ਸੋ ਨੈਕਸਟ ਵੀ ਹੈਵ ਥੀਸਿਸ ਸਟੇਟਮੈਂਟ, ਜਾਂ ਫਿਰ ਇਹਨੂੰ ਤੁਸੀਂ ਓਪੀਨੀਅਨ ਵੀ ਕਹਿ ਸਕਦੇ ਹੋ, ਥੀਸਿਸ ਸਟੇਟਮੈਂਟ ਔਰ ਯੋਰ ਓਪੀਨੀਅਨ। ਸੋ ਹੀਅਰ you can use a concession contrast sentence structure. Concession contrast sentence structure means ਤੁਸੀਂ ਸ਼ੁਰੂ ਕਰ ਸਕਦੇ ਹੋ in my opinion। ਬਹੁਤ ਸਟਰੋਂਗ ਤਰੀਕਾ ਹੈ in my opinion। ਜਿਵੇਂ ਹੀ ਤੁਸੀਂ in my opinion ਲਿਖਿਆ and the examiner reads it, so examiner ਨੂੰ ਨਾਲ ਦੀ ਨਾਲ ਪਤਾ ਲੱਗ ਜਾਣਾ that now you are going to give your opinion, means ਤੁਸੀਂ ਇੱਥੇ ਆਪਣਾ opinion ਦੇਣ ਜਾ ਰਹੇ ਹੋ। ਉਸ ਤੋਂ ਬਾਅਦ then you could while. So while, this means that concession contrast, this means that while, although. So when you use this, this is really impressive. In my opinion, while, then I agree that, or I believe that. So this is how you could start, right? So in my opinion, while there are some people who succeed with no support. In my opinion, ਮੇਰੇ ਵਿਚਾਰਾਂ ਦੇ ਵਿੱਚ ਅਗਰ ਮੈਂ ਦੱਸਾਂ ਤਾਂ while there are some people who succeed with no support, or I would say with almost no support, ਜੋ ਬਿਨਾਂ ਕਿਸੇ ਸਪੋਰਟ ਦੇ ਵੀ ਕਾਮਯਾਬ ਹੋ ਜਾਂਦੇ ਹੈ। I agree that, next ਮੈਂ I agree that ਤੋਂ ਸ਼ੁਰੂ ਕਰੂੰਗਾ, ਕਿਉਂ? Because question ਦੇ ਵਿੱਚ ਲਿਖਿਆ ਹੋਇਆ do you agree or do you disagree? I agree that the majority of successful people can attribute their success to their parents' guidance. Means मैं agree करदा कि जो majority of successful people है, जो उन्हां दी जो कामयाबी है ਉਹ ਉਹਨਾਂ ਦੀ parents ਦੀ guidance ਦੀ ਵਜ੍ਹਾ ਨਾਲ ਹੁੰਦੀ ਹੈ। So they can also attribute their success to their parents' guidance. So this was our introduction. So in this video मैं explain ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ structure ਤੁਹਾਡਾ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ। ਔਰ ਸਭ ਤੋਂ ਪਹਿਲਾਂ introduction, ਉਸ ਤੋਂ ਬਾਅਦ first body paragraph, ਉਸ ਤੋਂ ਬਾਅਦ second body paragraph, ਫਿਰ third body paragraph, and ਉਸ ਤੋਂ ਬਾਅਦ then we have conclusion. Okay, then you have conclusion. So ਇਹ ਸੀ ਜੀ ਅੱਜ ਦੀ ਵੀਡੀਓ। ਔਰ ਨੈਕਸਟ ਵੀਡੀਓ ਦੇ ਵਿੱਚ ਮੈਂ ਬੋਡੀ ਪੈਰਾਗ੍ਰਾਫਸ ਦੀ ਗੱਲ ਕਰੂੰਗਾ ਕਿ ਸੇਮ ਕੁਐਸਚਨ ਸੇਮ ਟੌਪਿਕ ਹੋਏਗਾ ਕਿ ਇਹਦੇ ਬੋਡੀ ਪੈਰਾਗ੍ਰਾਫਸ ਕਿਸ ਤਰੀਕੇ ਨਾਲ ਲਿਖਣੇ ਚਾਹੀਦੇ ਔਰ ਕਿਸ ਤਰੀਕੇ ਦੇ ਹੋ ਸਕਦੇ ਹੈ। ਔਰ ਬਹੁਤ ਜਲਦ ਮੈਂ ਕਿਊ ਕਾਰਡਸ ਦੀ ਵੀਡੀਓ ਵੀ ਮੈਂ ਅਪਲੋਡ ਕਰੂੰਗਾ। I hope that you found this video useful, and thank you for watching.